नाले सारे रोम तेरी उड़ीक लई खड़ा, लेके आ जागो नाले लेके रोम तेरी उड़ीक लई खड़ा, करके क्षमा ओ देवेगा, करके क्षमा ओ देवेगा। वक्त सुनहरी ना गवा ओ पापी बंदे, सुन के आए सो दी आवाज, ओ पापी बंदे सुन के आए सो दी आवाज। देवेगा यीशु हर आजाद ओ पापी बंदे, सुन के आए सो दी आवाज, ओ पापी बंदे सुन के आए सो दी आवाज, ओ पापी बंदे सुन के आए सो दी आवाज। आओ उससे सारे अपनी अखां ਨੂੰ ਬੰਦ ਕਰੀਏ। ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਹਜ਼ੂਰ ਦੇ ਵਿੱਚ ਆਪਣੇ ਆਪ ਨੂੰ, ਆਪਣੀ ਜ਼ਿੰਦਗੀ ਨੂੰ ਸਮਰਪਿਤ ਕਰੀਏ। ਸਾਡੇ ਪ੍ਰਭੂ ਯਿਸੂ ਮਸੀਹ ਸਾਡੇ ਗੁਨਾਹਾਂ ਦੇ ਖਾਤਰ ਸਲੀਬ ਦੇ ਉੱਤੇ ਆਪਣਾ ਜਾਨ ਕੁਰਬਾਨ ਕਰ ਦਿੱਤਾ। ਸਾਨੂੰ ਨਜਾਤ ਬਖਸ਼ਣ ਲਈ, ਸਾਨੂੰ ਮੁਕਤੀ ਪ੍ਰਦਾਨ ਕਰਨ ਲਈ ਪ੍ਰਭੂ ਯਿਸੂ ਨੇ ਆਪਣਾ ਜੀਵਨ ਸਾਡੇ ਲਈ ਪ੍ਰਦਾਨ ਕੀਤਾ ਹੈ। ਆਓ ਅਸੀਂ ਇਸ ਪਵਿੱਤਰ ਬਲੀਦਾਨ ਦੇ ਵੇਲੇ ਆਪਣੇ ਬੋਝ ਨੂੰ, ਆਪਣੇ ਦੁੱਖਾਂ ਨੂੰ, ਆਪਣੇ ਦਰਦਾਂ ਨੂੰ ਲੈ ਕੇ ਜਾਈਏ। ਪ੍ਰਭੂ ਯਿਸੂ ਸਾਨੂੰ ਹਮੇਸ਼ਾ ਬਰਕਤਾਂ ਦੇਣ ਲਈ ਤਿਆਰ ਹਨ। ਆਓ ਅਸੀਂ ਇਸ ਸਮਾਂ ਆਪਣੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਲੈ ਕੇ ਉਹਨਾਂ ਕੋਲ ਜਾਈਏ, ਉਹਨਾਂ ਦੇ ਅੱਗੇ ਪੂਰੇ ਵਿਸ਼ਵਾਸ ਦੇ ਨਾਲ ਪ੍ਰਾਰਥਨਾ ਕਰੀਏ। ਇਸ ਪਵਿੱਤਰ ਬਲੀਦਾਨ ਦੇ ਵਿੱਚ ਆਓ ਅਸੀਂ ਪੂਰੀ ਭਗਤੀ ਭਾਵ ਦੇ ਨਾਲ ਭਾਗ ਲਈਏ। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਮ ਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਓ ਅਸੀਂ ਸਾਰੇ ਆਪਣੇ ਸਾਰੇ ਗੁਨਾਹ ਨੂੰ ਸਮਾਂ ਪ੍ਰਭੂ ਯਿਸੂ ਦੇ ਪਵਿੱਤਰ ਚਰਨਾਂ ਦੇ ਵਿੱਚ ਸਮਰਪਿਤ ਕਰੀਏ। ਸੱਚੇ ਦਿਲੋਂ ਪ੍ਰਭੂ ਯਿਸੂ ਤੋਂ ਮਾਫੀ ਮੰਗੀ, ਪੂਰਨ ਸ਼ੁੱਧ ਹਿਰਦੇ ਦੇ ਨਾਲ, ਦਿਲ ਦੇ ਨਾਲ ਆਓ ਅਸੀਂ ਇਸ ਪਵਿੱਤਰ ਕੁਰਬਾਨੀ ਦੇ ਵਿੱਚ ਭਾਗ ਲੈਣ ਲਈ ਆਪਣੇ ਆਪ ਨੂੰ ਤਿਆਰ ਕਰੀਏ। ਸੱਚਾ ਤੌਬਾ ਕਰਦੇ ਹੋਏ ਆਓ ਅਸੀਂ ਪ੍ਰਭੂ ਯਿਸੂ ਤੋਂ ਮਾਫੀ ਮੰਗੀ ਅਤੇ ਆਖੀਏ, ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਅਤੇ ਭੈਣੋ, ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਦੋਸ਼ ਨਾਲ, ਆਪਣੇ ਹੀ ਦੋਸ਼ ਨਾਲ, ਆਪਣੇ ਬਹੁਤ ਵੱਡੇ ਦੋਸ਼ ਨਾਲ। ਇਸ ਲਈ ਧੰਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਅਤੇ ਭੈਣੋ ਬੇਨਤੀ ਕਰਦੀ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਅੱਗੇ ਪ੍ਰਾਰਥਨਾ ਕਰੋ। ਪੂਰੇ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀ ਵੀ ਜੀਵਨ ਤੱਕ ਪਹੁੰਚਾਵੇ। ਆਮੀਨ। ये प्रभु दया कर, ऐ प्रभु दया कर, ये मसीहा दया कर, ऐ मसीहा दया कर, ये प्रभु दया कर, ऐ प्रभु दया कर। ਅਸੀਂ ਪ੍ਰਾਰਥਨਾ ਕਰੀਏ। ਇਹ ਖੁਦਾ ਗਲਤ ਰਾਹ ਤੇ ਭਟਕਣ ਵਾਲਿਆਂ ਨੂੰ ਤੂੰ ਆਪਣੀ ਸਚਾਈ ਦਾ ਚਾਨਣ ਵਿਖਾਉਂਦਾ ਹੈ, ਤਾਂ ਜੋ ਸਹੀ ਰਾਹ ਤੇ ਮੁੜਾਉਣ। ਆਪਣੇ ਆਪ ਨੂੰ ਮਸੀਹੀ ਅਖਵਾਉਂਦੇ ਹੋਏ ਈਮਾਨ ਲਿਆਉਣ ਵਾਲੇ ਸਾਰਿਆਂ ਉਤੇ ਦਇਆ ਕਰ।
ਉਹਨਾਂ ਨੂੰ ਇਹ ਫਜ਼ਲ ਦੇ ਕਿ ਉਹ ਉਹਨਾਂ ਸਾਰੀਆਂ ਗੱਲਾਂ ਤੇ ਕੰਮਾਂ ਨੂੰ ਛੱਡ ਦੇਣ ਜੋ ਮਸੀਹ ਦੇ ਨਾਮ ਦੇ ਵਿਰੁੱਧ ਹਨ, ਅਤੇ ਉਹਨਾਂ ਸਾਰੀਆਂ ਚੀਜ਼ਾਂ ਦੀ ਪੈਰਵੀ ਕਰਨ ਜੋ ਉਸ ਦੇ ਨਾਮ ਨੂੰ ਸ਼ੋਭਾ ਦਿੰਦੀਆਂ ਹਨ। ਉਹੀ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਪਾਂ ਦੀ ਏਕਤਾ ਵਿੱਚ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। पाठ पहला। कूच दा ग्रंथ 11 बाब 10 आयत, 12 बाब 1 ਤੋਂ 14 आयत तक। सो मूसा ਅਤੇ ਹਾरून ਨੇ ਇਹ ਸਭ ਚਮਤਕਾਰ ਫਿਰੌਨ ਰਾਜਾ ਦੇ ਸਾਹਮਣੇ ਦਿਖਾਏ, ਪਰ ਉਸਨੇ ਆਪਣਾ ਦਿਲ ਫਿਰ ਵੀ ਨਰਮ ਨਾ ਕੀਤਾ ਅਤੇ ਉਸਨੇ ਇਸਰਾਇਲੀ ਲੋਕਾਂ ਨੂੰ ਨਾ ਜਾਣ ਦਿੱਤਾ। ਪ੍ਰਭੂ ਨੇ ਮੂਸਾ ਅਤੇ ਹਾरून ਨੂੰ ਮਿਸਰ ਵਿੱਚ ਕਿਹਾ, ਇਸ ਮਹੀਨੇ ਤੋਂ ਤੁਹਾਡੇ ਸੰਮਤ ਦਾ ਸ਼ੁਰੂ ਹੋਵੇਗਾ। ਇਹ ਤੁਹਾਡੇ ਸੰਮਤ ਦੇ ਪਹਿਲੇ ਸਾਲ ਦਾ ਪਹਿਲਾ ਮਹੀਨਾ ਠਹਿਰੇਗਾ। ਤੁਸੀਂ ਆਪਣੇ ਲੋਕਾਂ ਨੂੰ ਦੱਸੋ ਕਿ ਉਹਨਾਂ ਵਿੱਚੋਂ ਹਰ ਕੋਈ ਆਪਣੇ ਆਪਣੇ ਟੱਬਰ ਪਿੱਛੇ ਇੱਕ ਇੱਕ ਲੇਲਾ ਚੁਣ ਲਵੇ। ਜੇਕਰ ਕਿਸੇ ਦੇ ਟੱਬਰ ਦੇ ਜੀ ਥੋੜੇ ਹੋਣ ਤਾਂ ਉਹ ਆਪਣੇ ਗੁਆਂਢੀ ਦੇ ਨਾਲ ਮਿਲ ਕੇ ਲੇਲਾ ਲਵੇ, ਜਿਸ ਦਾ ਮਾਸ ਉਹ ਟੱਬਰ ਦੇ ਜੀਆਂ ਦੀ ਗਿਣਤੀ ਅਨੁਸਾਰ ਵੰਡ ਲੈਣ। ਪਰ ਤੁਹਾਡਾ ਲੇਲਾ ਬਿਨਾਂ ਬੱਝ ਦੇ ਹੋਵੇ, ਉਸ ਦੀ ਉਮਰ ਠੀਕ 1 ਸਾਲ ਹੋਵੇ। ਤੁਸੀਂ ਪੇਂਡ ਜਾਂ ਬੱਕਰੀ ਦਾ ਲੇਲਾ ਲੈ ਸਕਦੇ ਹੋ। ਤੁਸੀਂ ਆਪਣਾ ਆਪਣਾ ਲੇਲਾ ਇਸ ਮਹੀਨੇ ਦੀ 14ਵੀਂ ਤਰੀਕ ਤੱਕ ਰੱਖੋ। ਫਿਰ ਜਦੋਂ ਉਸ ਦਿਨ ਇਸਰਾਇਲ ਦੀ ਸਾਰੀ ਸੰਗਤ ਇਕੱਠੀ ਹੋਵੇ ਤਾਂ ਤਰਕਾਲਾਂ ਵੇਲੇ ਆਪਣੇ ਆਪਣੇ ਲੇਲੇ ਕੱਟੋ। ਤੁਸੀਂ ਆਪਣੇ ਆਪਣੇ ਲੇਲੇ ਦੇ ਲਹੂ ਵਿੱਚੋਂ ਥੋੜਾ ਲੈ ਕੇ ਆਪਣੇ ਆਪਣੇ ਘਰਾਂ ਦੇ ਜਿੱਥੇ ਤੁਸੀਂ ਬੈਠ ਕੇ ਖਾਵੋ, ਬਾਹਰਲੇ ਬੂਹਿਆਂ ਦੀਆਂ ਦੋਹਾਂ ਚੁਗਾਠਾਂ ਦੇ ਸਿਰਿਆਂ ਉੱਤੇ ਅਤੇ ਉੱਪਰਲੇ ਸੇਰੂਆਂ ਉੱਤੇ ਲਾ ਦੇਵੋ। ਤਦ ਤੁਸੀਂ ਮਾਸ ਨੂੰ ਅੱਗ ਨਾਲ ਭੁੰਨ ਕੇ ਬਿਨਾਂ ਖਮੀਰ ਦੇ ਬਣੀ ਰੋਟੀ ਨਾਲ ਅਤੇ ਕੋੜੀ ਭਾਜੀ ਨਾਲ ਖਾਣਾ। ਤੁਸੀਂ ਮਾਸ ਕੱਚਾ ਜਾਂ ਪਾਣੀ ਵਿੱਚ ਉਬਲਿਆ ਨਾ ਖਾਣਾ, ਸਗੋਂ ਤੁਸੀਂ ਸਿਰੀ, ਖਰੋੜੇ ਅਤੇ ਅੰਦਰਲਾ ਹਿੱਸਾ ਸਭ ਭੁੰਨ ਕੇ ਖਾਣਾ। ਉਸ ਮਾਸ ਵਿੱਚੋਂ ਕੁਝ ਵੀ ਅਗਲੀ ਸਵੇਰ ਤੱਕ ਬਚਿਆ ਨਾ ਰਹਿਣ ਦੇਣਾ। ਜੇਕਰ ਕੁਝ ਬਚ ਵੀ ਜਾਵੇ ਤਾਂ ਉਸ ਨੂੰ ਅੱਗ ਵਿੱਚ ਸਾੜ ਦੇਣਾ। ਤੁਸੀਂ ਇਸ ਨੂੰ ਖਾਣ ਲੱਗਿਆ ਆਪਣੇ ਪੂਰੇ ਕੱਪੜੇ ਪਹਿਨ ਲੈਣਾ, ਪੈਰੀ ਜੁੱਤੀ ਪਾਉਣਾ ਅਤੇ ਹੱਥ ਵਿੱਚ ਲਾਠੀ ਰੱਖਣਾ। ਤੁਸੀਂ ਇਹ ਛੇਤੀ ਛੇਤੀ ਖਾਣਾ। ਇਹ ਪ੍ਰਭੂ ਦਾ ਪਸਖਾ ਦਾ ਤਿਉਹਾਰ ਹੈ। ਮੈਂ ਉਸ ਰਾਤ ਮਿਸਰ ਦੇ ਵਿੱਚੋਂ ਦੀ ਲੰਘਾਂਗਾ ਅਤੇ ਹਰ ਮਿਸਰੀ ਮਨੁੱਖ ਅਤੇ ਪਸ਼ੂਆਂ ਦੇ ਜੇਠਿਆਂ ਨੂੰ ਕਤਲ ਕਰੇਗਾ। ਮੈਂ ਇਹ ਕਰਨ ਦੁਆਰਾ ਮਿਸਰ ਦੇ ਸਭ ਦੇਵਤਿਆਂ ਦਾ ਸਿਰ ਨੀਵਾਂ ਕਹਾਂਗਾ। ਮੈਂ ਪ੍ਰਭੂ ਹਾਂ, ਪਰ ਤੁਹਾਡੇ ਬੂਹਿਆਂ ਦੇ ਬਾਹਰ ਲੱਗਾ ਲਹੂ ਮੇਰੇ ਲਈ ਚਿੰਨ੍ਹ ਹੋਵੇਗਾ ਕਿ ਤੁਸੀਂ ਅੰਦਰ ਹੋ। ਇਸ ਲਈ ਤੁਹਾਡਾ ਉਸ ਦਿਨ ਕੋਈ ਨੁਕਸਾਨ ਨਹੀਂ ਹੋਵੇਗਾ ਜਦੋਂ ਮੈਂ ਮਿਸਰੀਆਂ ਨੂੰ ਸਜ਼ਾ ਦੇਵਾਂਗਾ। ਇਸ ਲਈ ਇਸ ਦਿਨ ਨੂੰ ਤੁਸੀਂ ਹਮੇਸ਼ਾ ਪੀੜ੍ਹੀਓਂ ਪੀੜ੍ਹੀ ਤਿਉਹਾਰ ਦੇ ਰੂਪ ਵਿੱਚ ਹਰ ਸਾਲ ਮਨਾਉਣਾ। ਇਹ ਪ੍ਰਭੂ ਦਾ ਤਿਉਹਾਰ ਹੋਵੇਗਾ। ਇਹ ਪ੍ਰਭੂ ਦੇ ਤੁਹਾਡੇ ਨਾਲ ਕੀਤੇ ਕੰਮ ਦੀ ਯਾਦਗਾਰੀ ਹੋਵੇਗੀ। ਪ੍ਰਭੂ ਦੀ ਬਾਣੀ। ਖੁਦਾ ਦਾ ਸ਼ੁਕਰ ਹੋਵੇ।
ਸਿਓਨੀ ਜਦੋਂ ਰੱਬ ਨੇ ਲਿਆਂਦੇ ਸਨ ਛੁੜਾ। ਦਾ ਸਾਡਾ ਹਾਲ ਸੀ ਜਿਵੇਂ ਸੁਪਨਾ ਕੋਈ ਵੇਖਦਾ। ਐ ਸਿਓਨੀ ਜਦੋਂ ਰੱਬ ਨੇ ਲਿਆਂਦੇ ਸਨ ਛੁੜਾ। ਦਾ ਸਾਡਾ ਹਾਲ ਸੀ ਜਿਵੇਂ ਸੁਪਨਾ ਕੋਈ ਵੇਖਦਾ। ਸਾਡੇ ਪੈ ਗਏ ਹਾਸੇ ਤੇਰਾ ਗਾਣਾ ਲੈਤਾ। ਮੂੰਹ ਸਾਡੇ ਪੈ ਗਏ ਹਾਸੇ ਤੇਰਾ ਗਾਣਾ ਲੈਤਾ। ਗੈਰ ਕੌਮਾਂ ਵਿੱਚ ਇਹ ਚਰਚਾ ਸੀ ਇਹਨਾਂ ਦਾ ਖੁਦਾ। ਗੈਰ ਕੌਮਾਂ ਵਿੱਚ ਇਹ ਚਰਚਾ ਸੀ ਇਹਨਾਂ ਦਾ ਖੁਦਾ। ਕੈਦ ਸਿਓਨੀ ਜਦੋਂ ਰੱਬ ਨੇ ਲਿਆਂਦੇ ਸਨ ਛੁੜਾ। ਤਦ ਸਾਡਾ ਹਾਲ ਸੀ ਜਿਵੇਂ ਸੁਪਨਾ ਕੋਈ ਵੇਖਦਾ। ਤਦ ਸਾਡਾ ਹਾਲ ਸੀ ਜਿਵੇਂ ਸੁਪਨਾ ਕੋਈ ਵੇਖਦਾ। ਤਦ ਸਾਡਾ ਹਾਲ ਸੀ ਜਿਵੇਂ ਸੁਪਨਾ ਕੋਈ ਵੇਖਦਾ। सृष्टि के मालिक तुम ही हो। सारी सृष्टि के रक्षक तुम ही हो। करते हैं तुमको सादर प्रणाम। गाते हैं तेरे ही गुणगान। सारी सृष्टि के मालिक तुम ही हो। सारी सृष्टि के रक्षक तुम ही हो। करते हैं तुमको सादर प्रणाम। गाते हैं तेरे ही गुणगान। हालेलुया 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 ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤਮਤੀ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸ ਵੇਲੇ ਸਭ ਦੇ ਇੱਕ ਦਿਨ ਯੀਸ਼ੂ ਅਨਾਜ ਦੇ ਖੇਤਾਂ ਵਿੱਚ ਦੇ ਲੰਘ ਰਿਹਾ ਸੀ। ਉਸ ਦੇ ਚੇਲੇ ਭੁੱਖੇ ਸਨ ਅਤੇ ਉਹ ਦਾਣਿਆਂ ਦੇ ਸਿੱਟੇ ਤੋੜ ਤੋੜ ਕੇ ਖਾਣ ਲੱਗੇ। ਪਰ ਜਦੋਂ ਫਰੀਸੀਆਂ ਨੇ ਇਹ ਦੇਖਿਆ, ਉਹਨਾਂ ਨੇ ਉਸ ਨੂੰ ਕਿਹਾ, ਦੇਖੋ ਤੁਹਾਡੇ ਚੇਲੇ ਉਹ ਕੰਮ ਕਰਦੇ ਹਨ ਜੋ ਸਬਤ ਦੇ ਦਿਨ ਕਰਨਾ ਰਿਵਾ ਨਹੀਂ ਹੈ। ਉਸ ਨੇ ਉਹਨਾਂ ਨੂੰ ਕਿਹਾ, ਕੀ ਤੁਸੀਂ ਕਦੀ ਇਹ ਨਹੀਂ ਪੜ੍ਹਿਆ ਕਿ ਦਾਊਦ ਨੇ ਕੀ ਕੀਤਾ ਸੀ ਜਦੋਂ ਉਹ ਅਤੇ ਉਸ ਦੇ ਨਾਲ ਦੇ ਭੁੱਖੇ ਸਨ? ਕਿਸ ਤਰ੍ਹਾਂ ਉਹ ਖੁਦਾ ਦੇ ਘਰ ਵਿੱਚ ਦਾਖਲ ਹੋਇਆ
ਅਤੇ ਹਜ਼ੂਰੀ ਦੀਆਂ ਰੋਟੀਆਂ ਖਾਧੀਆਂ, ਜਿਨ੍ਹਾਂ ਨੂੰ ਖਾਣਾ ਸਿਰਫ ਪੁਰੋਹਿਤ ਲਈ ਰਿਵਾਜ ਸੀ, ਪਰ ਉਸ ਦੇ ਲਈ ਅਤੇ ਜੋ ਉਸ ਦੇ ਨਾਲ ਉਹਨਾਂ ਲਈ ਖਾਣ ਦਾ ਰਿਵਾਜ ਨਹੀਂ ਸੀ। ਜਾ ਕੇ ਤੁਸੀਂ ਧਰਮ ਵਿਧਾਨ ਵਿੱਚ ਇਹ ਨਹੀਂ ਪੜ੍ਹਿਆ ਕਿ ਕਿਸ ਤਰ੍ਹਾਂ ਪੁਰੋਹਿਤ ਹੈਕਲ ਵਿੱਚ ਸਬਤ ਨੂੰ ਪਵਿੱਤਰ ਨਹੀਂ ਰੱਖਦੇ ਅਤੇ ਫਿਰ ਵੀ ਦੋਸ਼ੀ ਨਹੀਂ ਹੁੰਦੇ। ਮੈਂ ਤੁਹਾਨੂੰ ਕਹਿੰਦਾ ਹਾਂ, ਇੱਥੇ ਉਹ ਹੈ ਜੋ ਹੈਕਲ ਤੋਂ ਵੀ ਮਹਾਨ ਹੈ। ਜੇਕਰ ਤੁਸੀਂ ਇਸ ਦਾ ਅਰਥ ਸਮਝ ਲਿਆ ਹੈ, ਮੈਂ ਦਇਆ ਚਾਹੁੰਦਾ ਹਾਂ, ਕੁਰਬਾਨੀ ਨਹੀਂ, ਤਾਂ ਤੁਸੀਂ ਬੇਦੋਸ਼ਾਂ ਨੂੰ ਦੋਸ਼ੀ ਨਾ ਠਹਿਰਾਇਆ ਹੁੰਦਾ, ਕਿਉਂਕਿ ਮਨੁੱਖ ਦਾ ਪੁੱਤਰ ਸਬਤ ਦਾ ਪ੍ਰਭੂ ਹੈ। ਪ੍ਰਭੂ ਦੀ ਪਵਿੱਤਰ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਪ੍ਰਭੂ ਯਿਸੂ ਮਸੀਹ ਦੇ ਵਿੱਚ ਮੇਰੇ ਪਿਆਰੇ ਭਰਾਓ ਤੇ ਭੈਣੋ ਤੇ ਬੱਚਿਓ, ਸਾਰਿਆਂ ਨੂੰ ਜੈ ਯਿਸੂ ਮਸੀਹ ਦੀ ਜੈ ਯਿਸੂ ਮਸੀਹ। ਅੱਜ ਦਾ ਦਿਨ ਅਸੀਂ ਬੜੇ ਸ਼ਰਧਾ ਦੇ ਨਾਲ, ਭਗਤੀ ਦੇ ਨਾਲ ਪਵਿੱਤਰ ਕੁਰਬਾਨੀ ਦੇ ਵਿੱਚ ਭਾਗ ਲੈਂਦੇ ਹਾਂ। ਖਾਸ ਕਰਕੇ ਪ੍ਰਾਰਥਨਾ ਭਵਨ ਟੀਵੀ ਦੇ ਜ਼ਰੀਏ ਬਹੁਤ ਸਾਰੇ ਲੋਕ ਇਸ ਸਮਾਂ ਪਵਿੱਤਰ ਕੁਰਬਾਨੀ ਦੇ ਵਿੱਚ ਸ਼ਾਮਲ ਹੋ ਰਹੇ। ਮੇਰੀ ਇੱਕ ਉਮੀਦ ਹੈ ਕਿ ਮੇਰੇ ਇਹ ਆਸ ਹੈ ਕਿ ਤੁਸੀਂ ਸਾਰੇ ਤੁਹਾਡੇ ਵਿਸ਼ਵਾਸ ਨੂੰ ਮਜ਼ਬੂਤ ਕਰਨ ਲਈ ਅਤੇ ਪ੍ਰਭੂ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਕਰਨ ਲਈ ਇੱਕ ਵਿਸ਼ਵਾਸ ਦੇ ਨਾਲ ਹੀ ਬੇਨਤੀ ਕਰਕੇ ਆਪਣੀ ਜ਼ਰੂਰਤਾਂ ਨੂੰ ਲੈ ਕੇ ਪ੍ਰਭੂ ਯਿਸੂ ਦੇ ਪਵਿੱਤਰ ਹਜ਼ੂਰ ਦੇ ਵਿੱਚ ਇਸ ਸਮਾਂ ਬੈਠੇ ਹੋ। ਜੋ ਵੀ ਵਿਸ਼ਵਾਸ ਦੇ ਨਾਲ ਪ੍ਰਭੂ ਯਿਸੂ ਤੋਂ ਮੰਗਦਾ ਹੈ, ਉਹਨਾਂ ਨੂੰ ਪ੍ਰਭੂ ਯਿਸੂ ਭਰਪੂਰਤਾ ਦੇ ਵਿੱਚ ਦਿੰਦਾ ਹੈ। ਇਹ ਸਾਡੇ ਵਿਸ਼ਵਾਸ ਹੈ। ਪਿਆਰਿਓ, ਅੱਜ ਦਾ ਪਹਿਲਾ ਪਾਠ ਦੇ ਵਿੱਚ ਅਸੀਂ ਸਾਰੇ ਦੇਖਦੇ ਹਾਂ ਖੁਦਾ ਇਸਰਾਇਲ ਕੌਮ ਨੂੰ ਕਿਸ ਤਰ੍ਹਾਂ ਪਿਆਰ ਕੀਤਾ। ਇਸਰਾਇਲ ਕੌਮ ਨੂੰ ਮਿਸਰ ਦੇਸ਼ ਤੋਂ ਬਾਹਰ ਕੱਢਣ ਲਈ ਉਹਨਾਂ ਦੇ ਪ੍ਰਤੀ ਇੱਕ ਯੋਜਨਾ ਤਿਆਰ ਕੀਤਾ ਹੈ। ਉਸ ਦੇ ਬਾਰੇ ਅਸੀਂ ਪੜ੍ਹਦੇ ਹਾਂ ਅਤੇ ਉਹੀ ਖੁਦਾਵੰਦ ਨੇ ਅਸਾਂ ਸਾਰਿਆਂ ਦੇ ਲਈ, ਜੋ ਆਮ ਵਿਸ਼ਵਾਸੀ ਹੈ, ਉਹਨਾਂ ਸਾਰਿਆਂ ਦੇ ਦੁੱਖਾਂ ਤੋਂ, ਦਰਦਾਂ ਤੋਂ, ਪਰੇਸ਼ਾਨੀਆਂ ਤੋਂ ਬਚਾਉਣ ਲਈ ਆਪਣੇ ਇਕਲੌਤਾ ਬੇਟਾ ਪ੍ਰਭੂ ਯਿਸੂ ਮਸੀਹ ਨੂੰ ਸਾਡੇ ਵਿਚਕਾਰ ਘੱਲ ਦਿੱਤਾ। ਅਤੇ ਉਹੀ ਪ੍ਰਭੂ ਯਿਸੂ ਆਪਣਾ ਪਿਆਰ ਮੌਤ ਅਪਣਾਉਣ ਦੇ ਰਾਹੀਂ, ਸਲੀਬ ਅਪਣਾਉਣ ਦੇ ਰਾਹੀਂ, ਉਹ ਸਲੀਬ ਦੇ ਉੱਤੇ ਆਪਣਾ ਜਾਨ ਕੁਰਬਾਨ ਕਰਨ ਦੇ ਰਾਹੀਂ ਪ੍ਰਗਟ ਕੀਤਾ ਹੈ। ਅਤੇ ਉਹੀ ਪ੍ਰਭੂ ਯਿਸੂ ਮਸੀਹ ਨੂੰ ਅੱਜ ਦਾ ਦਿਨ ਅਸੀਂ ਵੇਖਦੇ ਹਾਂ ਪਵਿੱਤਰ ਅੰਜੀਲ ਦੇ ਵਿੱਚ ਕਾਨੂੰਨ ਨੂੰ ਪਾਲਣਾ ਕਰਦੇ ਹੋਏ, ਸਬਤ ਦਾ ਸਚਾਈ ਨੂੰ ਜਾਣਦੇ ਹੋਏ, ਉਹੀ ਪ੍ਰਭੂ ਯਿਸੂ ਮਸੀਹ ਸਬਤ ਦਾ ਜੋ ਪਰਿਭਾਸ਼ਾ ਹੈ ਉਹ ਥੋੜਾ ਅਲੱਗ ਕਰ ਦਿੰਦਾ ਹੈ। ਪਵਿੱਤਰ ਵਚਨ ਦੇ ਵਿੱਚ ਅਸੀਂ ਵੇਖਦੇ ਹਾਂ ਪ੍ਰਭੂ ਯਿਸੂ ਮਸੀਹ ਕਹਿੰਦਾ ਹੈ ਕਿ ਸਬਤ ਮਨੁੱਖਾਂ ਦੇ ਲਈ ਹੈ, ਮਨੁੱਖ ਸਬਤ ਦੇ ਲਈ ਨਹੀਂ। ਅਤੇ ਉਹੀ ਪ੍ਰਭੂ ਯਿਸੂ ਮਸੀਹ ਸਬਤ ਦਾ ਪ੍ਰਭੂ ਹੈ। ਪਿਆਰਿਓ, ਅਸੀਂ ਵੇਖਦੇ ਹਾਂ ਸਬਤ ਦੇ ਦਿਨ ਕੋਈ ਕੰਮ ਨਹੀਂ ਕਰਨਾ ਚਾਹੀਦਾ। ਉਹ ਪੁਰਾਣੇ ਨਿਯਮ ਤੋਂ ਵੀ ਅਸੀਂ ਇਸ ਕਾਨੂੰਨ ਨੂੰ ਵੇਖਦੇ ਹਾਂ। ਲੇਕਿਨ ਪ੍ਰਭੂ ਯਿਸੂ ਮਸੀਹ ਅੱਜ ਦਾ ਪਵਿੱਤਰ ਅੰਜੀਲ ਦੇ ਵਿੱਚ ਵੇਖਦੇ ਹਾਂ, ਉਹਨਾਂ ਦੇ ਚੇਲਿਆਂ ਦੇ ਨਾਲ ਸਫ਼ਰ ਕਰਨ ਦੇ ਸਮਾਂ ਉਹਨਾਂ ਦੇ ਚੇਲੇ ਜੋ ਦੰਡ ਦੇ ਸਿੱਟੇ ਤੋੜ ਕੇ ਉਹ ਖਾਂਦੇ ਸਨ, ਜੋ ਉਸ ਸਮਾਂ ਕਾਨੂੰਨ ਦੇ ਖਿਲਾਫ ਸੀ। ਸਬਤ ਦਾ ਜੋ ਉਹਨਾਂ ਦੇ ਵਿਸ਼ਵਾਸ ਹੈ, ਉਸ ਵਿਸ਼ਵਾਸ ਦੇ ਖਿਲਾਫ ਸੀ। ਲੇਕਿਨ ਪ੍ਰਭੂ ਯਿਸੂ ਕਹਿੰਦਾ ਹੈ, ਮੈਂ ਦਇਆ ਚਾਹੁੰਦਾ ਹਾਂ, ਕੁਰਬਾਨੀ ਨਹੀਂ। ਮੈਂ ਦਇਆ ਚਾਹੁੰਦਾ ਹਾਂ, ਕੁਰਬਾਨੀ ਨਹੀਂ। ਮੈਂ ਦਇਆ ਚਾਹੁੰਦਾ ਹਾਂ। ਇਸ ਦੁਨੀਆ ਦੇ ਵਿੱਚ ਸਿਰਫ ਉਹੀ ਕਾਨੂੰਨ ਦੇ ਬਾਰੇ ਜ਼ਿਆਦਾ ਸੋਚਣਾ ਨਹੀਂ, ਲੇਕਿਨ ਉਸ ਤੋਂ ਵੱਧ ਕੇ ਤੁਸੀਂ ਤੁਹਾਡੇ ਆਤਮਿਕ ਤੌਰ ਤੇ ਹੋਰ ਵੀ ਵਧਣਾ ਹੈ। ਅਤੇ ਮੈਂ ਉਹੀ ਦਇਆ ਚਾਹੁੰਦਾ ਹਾਂ। ਇੱਕ ਦੂਸਰੇ ਦੇ ਜ਼ਰੂਰਤਾਂ ਨੂੰ ਜਾਣਦੇ ਹੋਏ ਉਹਨਾਂ ਦੀ ਜ਼ਰੂਰਤਾਂ ਨੂੰ ਪੂਰੀਆਂ ਕਰਨਾ ਮੈਂ ਚਾਹੁੰਦਾ ਹਾਂ। ਹਾਂ ਪਿਆਰਿਓ, ਪ੍ਰਭੂ ਯਿਸੂ ਇਸ ਲਈ ਸਾਨੂੰ ਕਹਿੰਦਾ ਹੈ, ਮੈਂ ਸੇਵਾ ਕਰਨ ਲਈ ਆਇਆ, ਸੇਵਾ ਕਰਵਾਉਣ ਲਈ ਨਹੀਂ। ਇਸ ਲਈ ਪ੍ਰਭੂ ਯਿਸੂ ਮਸੀਹ ਸਾਨੂੰ ਇੱਕ ਸੇਵਾਦਾਰ ਬਣ ਕੇ ਹਲੀਮੀ ਵਿਖਾਇਆ। ਅਤੇ ਇੱਥੋਂ ਤੱਕ ਆਖਰੀ ਖਾਣੇ ਦੇ ਵੇਲੇ ਪ੍ਰਭੂ ਯਿਸੂ ਆਪਣੇ ਚੇਲਿਆਂ ਦੇ ਪੈਰ ਧੋਤਾ ਅਤੇ ਉਹਨਾਂ ਨੂੰ ਇੱਕ ਸਭ ਤੋਂ ਵਧੀਆ ਉਦਾਹਰਣ ਵਿਖਾਇਆ ਸੇਵਾਦਾਰ ਦਾ। ਅੱਜ ਦਾ ਦਿਨ ਇਸ ਪਵਿੱਤਰ ਕੁਰਬਾਨੀ ਦੇ ਵਿੱਚ ਵੀ ਅਸੀਂ ਇਹੀ ਪ੍ਰਾਰਥਨਾ ਕਰਦੇ ਹਾਂ ਤੇ ਖਾਸ ਕਰਕੇ ਇਸ ਪਵਿੱਤਰ ਵਚਨ ਵੱਲ ਅਸੀਂ ਥੋੜਾ ਧਿਆਨ ਦੇਈਏ ਕਿ
ਅਸੀਂ ਦਇਆ ਇੱਕ ਦੂਸਰੇ ਦੇ ਪ੍ਰਤੀ ਵਿਖਾਈਏ। ਅਸੀਂ ਸਿਰਫ ਇਸ ਦੁਨੀਆ ਦੇ ਵਿੱਚ ਰਹਿੰਦੇ ਹਾਂ ਅਤੇ ਇਸ ਦੁਨੀਆ ਦੇ ਵਿੱਚ ਰਹਿਣ ਦੇ ਸਮਾਂ ਵੱਖ-ਵੱਖ ਕਾਨੂੰਨ ਨੂੰ ਪਾਲਣਾ ਵੀ ਕਰਦੇ ਹਾਂ। ਸਰਕਾਰ ਦੇ ਕਾਨੂੰਨ ਨੂੰ ਅਤੇ ਆਪਣੇ ਕਲੀਸਿਆ ਦੇ ਕਾਨੂੰਨ ਨੂੰ ਅਸੀਂ ਵੱਖ-ਵੱਖ ਸਮਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਪਾਲਣ ਕਰਦੇ ਹਾਂ। ਲੇਕਿਨ ਇਸ ਕਾਨੂੰਨ ਨੂੰ ਪਾਲਣਾ ਕਰਨ ਦੇ ਨਾਲੋਂ ਨਾਲ ਅਸੀਂ ਇਹ ਸਮਝੀਏ ਇਸ ਦੇ ਸੱਚਾਈ ਸਾਡੇ ਰੂਹ ਦੇ ਲਈ ਵੀ ਹੈ। ਇਹਨਾਂ ਸਾਰੇ ਕਾਨੂੰਨ ਦੇ ਗਹਿਰਾਈ ਦੇ ਵਿੱਚ ਅਸੀਂ ਜਾਂਦੇ ਹਾਂ। ਇਹ ਕਾਨੂੰਨ ਸਾਡੇ ਜ਼ਿੰਦਗੀ ਦੇ ਖਾਸ ਅੱਗੇ ਵਧਣ ਲਈ ਅਤੇ ਸਾਡੇ ਰੂਹ ਦੇ ਖੁਰਾਕ ਦੇ ਲਈ ਇੱਕ ਕਾਰਨ ਬਣਦਾ ਹੈ। ਤੇ ਪਿਆਰਿਓ, ਪ੍ਰਭੂ ਯਿਸੂ ਮਸੀਹ ਇਸ ਲਈ ਸਾਨੂੰ ਕਹਿੰਦਾ ਹੈ, ਮੈਂ ਦਇਆ ਚਾਹੁੰਦਾ ਹਾਂ। ਅੱਜ ਅਸੀਂ ਵੀ ਆਪਣੀ ਜ਼ਿੰਦਗੀ ਵੱਲ ਛਾਤੀ ਮਾਰ ਕੇ ਵੇਖੀਏ ਕਿ ਅਸੀਂ ਆਪਣੇ ਭੈਣ ਭਰਾਵਾਂ ਦੇ ਨਾਲ, ਆਪਣੇ ਮਾਂ-ਬਾਪ ਦੇ ਨਾਲ, ਆਪਣੇ ਦੋਸਤਾਂ ਦੇ ਨਾਲ, ਆਪਣੇ ਗੁਆਂਢੀਆਂ ਦੇ ਨਾਲ, ਇੱਥੋਂ ਤੱਕ ਆਪਣੇ ਵੈਰੀਆਂ ਦੇ ਨਾਲ ਵੀ ਦਇਆ ਵਿਖਾਉਂਦੇ ਹਾਂ ਜਾਂ ਨਹੀਂ। ਜੇਕਰ ਮੈਂ ਕੋਈ ਦਇਆ ਨਹੀਂ ਦਿਖਾਉਂਦਾ ਤਾਂ ਫਿਰ ਮੇਰੀ ਜ਼ਿੰਦਗੀ ਦਾ ਕੋਈ ਮਤਲਬ ਨਹੀਂ ਹੈ। ਅਸੀਂ ਇੱਕ ਦੂਸਰੇ ਦੇ ਪ੍ਰਤੀ ਉਹੀ ਦਇਆ ਵਿਖਾਈਏ, ਇੱਕ ਦੂਸਰੇ ਨੂੰ ਮਾਫ ਕਰਕੇ, ਉਹਨਾਂ ਦੀ ਗਲਤੀਆਂ ਨੂੰ ਮਾਫ ਕਰਕੇ ਅਸੀਂ ਆਪਣੇ ਗੁਨਾਹਾਂ ਦੇ ਲਈ ਪ੍ਰਭੂ ਯਿਸੂ ਤੋਂ ਵੀ ਮਾਫੀ ਮੰਗ ਕੇ ਆਓ ਅਸੀਂ ਅੱਗੇ ਚਲੀਏ। ਕਿਉਂਕਿ ਪ੍ਰਭੂ ਯਿਸੂ ਉਹੀ ਦਇਆ ਦੇ ਕੇ ਸਾਨੂੰ ਇੱਕ ਨਵਾਂ ਜੀਵਨ ਦਿੱਤਾ ਹੈ। ਉਹਨਾਂ ਦੀ ਕਿਰਪਾ ਦੇ ਨਾਲ ਸਾਨੂੰ ਅੱਗੇ ਵਧਾਇਆ ਹੈ। ਹਾਂ ਪਿਆਰਿਓ, ਅੱਜ ਦਾ ਦਿਨ ਅਸੀਂ ਆਪਣੀ ਜ਼ਿੰਦਗੀ ਨੂੰ ਥੋੜੇ ਬਦਲਣ ਲਈ ਕੋਸ਼ਿਸ਼ ਕਰੀਏ। ਜੇਕਰ ਕੋਈ ਗਲਤੀਆਂ ਕਮੀਆਂ ਸਾਡੀ ਜ਼ਿੰਦਗੀ ਦੇ ਵਿੱਚ ਹੋਈਆਂ, ਉਹਨਾਂ ਸਾਰੀਆਂ ਤੋਂ ਪ੍ਰਭੂ ਯਿਸੂ ਤੋਂ ਮਾਫੀ ਮੰਗੀ, ਇੱਕ ਨਵੀਂ ਜ਼ਿੰਦਗੀ, ਨਵਾਂ ਜੀਵਨ ਪ੍ਰਭੂ ਯਿਸੂ ਮਸੀਹ ਦੇ ਪ੍ਰਤੀ ਗੁਜ਼ਾਰੀਏ। ਜਿਸ ਤਰ੍ਹਾਂ ਪੁਰਾਣੇ ਨਿਯਮ ਦੇ ਵਿੱਚ ਅੱਜ ਦਾ ਪਹਿਲਾ ਪਾਠ ਦੇ ਵਿੱਚ ਅਸੀਂ ਵੇਖਿਆ ਕਿ ਖੁਦਾਵੰਦ ਉਹਨਾਂ ਦੇ ਜੀਵਨ ਨੂੰ ਬਚਾਉਣ ਲਈ ਇੱਕ ਯੋਜਨਾ ਤਿਆਰ ਕੀਤਾ, ਉਸੇ ਤਰ੍ਹਾਂ ਨਵਾਂ ਨਿਯਮ ਦੇ ਵਿੱਚ ਪ੍ਰਭੂ ਯਿਸੂ ਮਸੀਹ ਸਾਡੀ ਜ਼ਿੰਦਗੀ ਦੇ ਲਈ ਵੀ ਇੱਕ ਨਵਾਂ ਕਾਨੂੰਨ, ਸਾਬਤ ਦਾ ਦਿਨ ਖਾਸ ਕਰਕੇ ਦਇਆ ਦੇ ਰੂਪ ਦੇ ਵਿੱਚ ਦਿਖਾਇਆ। ਉਸੇ ਤਰ੍ਹਾਂ ਆਈ ਅਸੀਂ ਵੀ ਉਹੀ ਖੁਦਾ ਤੋਂ ਨਵਾਂ ਜੀਵਨ ਪਾਈਏ ਤੇ ਅਨੰਤ ਜੀਵਨ ਦੇ ਲਈ ਆਈ ਅਸੀਂ ਵੀ ਤਿਆਰ ਰਹੀਏ। ਪ੍ਰਭੂ ਯਿਸੂ ਮਸੀਹ ਦਾ ਉਸ ਵਚਨ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਰੱਖਦੇ ਹੋਏ ਪਿਆਰਿਓ, ਆਓ ਅਸੀਂ ਇਸ ਪਵਿੱਤਰ ਕੁਰਬਾਨੀ ਦੇ ਵਿੱਚ ਅੱਗੇ ਵਧੀਏ। ਖੁਦਾ ਤੁਹਾਨੂੰ ਸਾਰਿਆਂ ਨੂੰ ਅਣਗਿਣਤ ਆਸ਼ੀਸ਼ਾਂ ਪ੍ਰਦਾਨ ਕਰੇ। कबूल करो यीशु, कबूल करो, पास मैं तेरे आया हूँ। कबूल करो यीशु, कबूल करो, दिल का चढ़ावा लाया हूँ। कबूल करो यीशु, कबूल करो, पास मैं तेरे आया हूँ। कबूल करो यीशु, कबूल करो, दिल का चढ़ावा लाया हूँ। कबूल करो, कबूल करो, कबूल करो, कबूल करो, कबूल करो यीशु, कबूल करो, पास मैं तेरे आया हूँ। कबूल करो यीशु, कबूल करो, दिल का चढ़ावा लाया हूँ। तुझसे दूर था, यूं लगता था जैसे कि मुझ में प्राण नहीं। तुझसे दूर था, यूं लगता था जैसे
जिससे कि मुझ में प्राण नहीं, तूने अपनाया है मुझको, इससे बड़ा सम्मान नहीं, इससे बड़ा सम्मान नहीं। प्रेम से मेरा दामन भरो, पास मैं तेरे आया हूँ। कबूल करो यीशु, कबूल करो, पास मैं तेरे आया हूँ। कबूल करो, कबूल करो, कबूल करो, कबूल करो, कबूल करो यीशु, कबूल करो, पास मैं तेरे आया हूँ। कबूल करो यीशु, कबूल करो, दिल का चढ़ावा लाया हूँ, दिल का चढ़ावा लाया हूँ, दिल का चढ़ावा लाया हूँ। ਪਿਆਰੇ ਭਰਾਤ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਵਿੱਚੋਂ ਆਪਣੇ ਨਾਂ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਇਹ ਪ੍ਰਭੂ ਇਹਨਾਂ ਤੋਹਫਿਆਂ ਨੂੰ ਵੇਖ ਜੋ ਤੇਰੀ ਕਲੀਸਿਆ ਪ੍ਰਾਰਥਨਾ ਕਰਦੀ ਹੋਈ ਤੈਨੂੰ ਚੜਾਉਂਦੀ, ਆਪਣੇ ਸਾਰੇ ਇਮਾਨਦਾਰਾਂ ਨੂੰ ਪਾਕ ਕਰਨ ਲਈ ਇਸ ਚੜਾਵੇ ਨੂੰ ਰੂਹਾਨੀ ਭੋਜਨ ਵਿੱਚ ਬਦਲ ਦੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਵੋ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਇਹ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ ਮੁਕਤੀ ਪਾਉਣ ਦੇ ਰਾਹੇ ਕਿ ਅਸੀਂ ਹਰ ਵੇਲੇ ਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੇ ਤੇਰਾ ਧੰਨਵਾਦ ਕਰੀਏ। ਆਪਣੇ ਪਿਆਰੇ ਬੇਟੇ ਦੇ ਰਾਹੇ ਤੋਂ ਸਾਡੇ ਮਨੁੱਖੀ ਪਰਿਵਾਰ ਨੂੰ ਸਿਰਜਿਆ ਅਤੇ ਉਸ ਦੇ ਰਾਹੇ ਤੋਂ ਸਾਨੂੰ ਆਪਣੇ ਸਰੂਪ ਤੇ ਮੁੜ ਬਹਾਲ ਕੀਤਾ। ਇਸ ਲਈ ਇਹ ਤੇਰਾ ਹੱਕ ਹੈ ਕਿ ਸਾਰੀ ਸ੍ਰਿਸ਼ਟੀ ਤੇਰੀ ਆਗਿਆ ਦਾ ਪਾਲਨ ਕਰੇ ਅਤੇ ਸਾਰੀ ਕਲੀਸਿਆ ਧਰਤੀ ਉਤੇ ਤੇਰੀ ਉਸਤਤ ਕਰੇ ਅਤੇ ਸੁਰਗ ਵਿੱਚ ਸਾਰੇ ਸੰਤ ਤੇਰਾ ਧੰਨਵਾਦ ਕਰਨ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗੀਤ ਜਥਿਆਂ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ਇਹ ਪ੍ਰਭੂ ਤੂੰ ਸੱਚਮੁੱਚ ਪਾਖੀ ਅਤੇ ਸਭ ਪਵਿੱਤਰ ਦਾਦਾ ਸਮਾਹੀ। ਇਸ ਲਈ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨੀਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਦਸੀਹੇ ਲਈ ਸੌਂਪਦੇ ਹੋਏ
ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ। ਇਹ ਕਹਿੰਦੇ ਹੋਏ, ਤੁਸੀਂ ਸਾਰੇ ਲਵੋ ਤੇ ਇਸ ਵਿੱਚੋਂ ਖਾਵੋ, ਕਿਉਂਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ। ਇਹ ਕਹਿੰਦੇ ਹੋਏ, ਤੁਸੀਂ ਸਾਰੇ ਲਹੂ ਅਤੇ ਇਸ ਵਿੱਚੋਂ ਪੀਓ, ਕਿਉਂਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਇਹ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸ ਦੇ ਜੀ ਉਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬੱਝੇ ਰਹੀਏ। ਇਹ ਪ੍ਰਭੂ, ਸਾਰੇ ਥਾਰੇ ਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪ ਫ੍ਰੈਂਕੋ, ਬਿਸ਼ਪ ਐਗਨਲੋ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉਠਣ ਦੀ ਉਮੀਦ ਨਾਲ ਸੋ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਇਹ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰੀ ਉਤੇ ਦਇਆ ਕਰ ਤਾਂ ਜੋ ਧੰਨ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਆਰੀ ਦੇ ਮੁਬਾਰਕ ਵਰ ਸੰਦੀ ਯੂਸਫ ਦੇ ਨਾਲ, ਧੰਨ ਰਸੂਲਾਂ ਤੇ ਸਾਰੇ ਸੰਤਾਂ ਨਾਲ ਜਿਨ੍ਹਾਂ ਨੇ ਸਾਰੇ ਯੁਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀ ਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਤੇ ਰਾਖੀ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਇਹ ਖੁਦਾ ਪੂਰੀ ਕੁਦਰਤ ਵਾਲੇ ਬਾਪ ਰੂਹ ਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਸਦਾ ਤੋਂ ਸਦਾ ਤੀਕ। ਆਮੀਨ। ਆਓ ਸਾਰੇ ਮਿਲ ਕੇ ਪ੍ਰਾਰਥਨਾ ਕਰੀਏ। ਜਿਸ ਤਰ੍ਹਾਂ ਸਾਡੇ ਮੁਕਤੀਦਾਤਾ ਪ੍ਰਭੂ ਯਿਸੂ ਨੇ ਸਾਨੂੰ ਸਿਖਾਇਆ ਹੈ। ਇਹ ਸਾਡੇ ਬਾਪ ਜਿਹੜਾ ਅਸਮਾਨ ਉਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਤੇ ਪੂਰੀ ਹੁੰਦੀ ਹੈ ਜ਼ਮੀਨ ਉਤੇ ਵੀ ਹੋਵੇ। ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਇਹ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤਾ ਦੇ ਆਉਣ ਦੀ
ਉਡੀਕ ਕਰਦੇ ਹਾਂ। क्यों जो राज कुदरत ते जलाल युगो युग तेरा ही है। ਇਹ ਪ੍ਰਭੂ ਯਿਸੂ ਮਸੀਹਾ ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਉਸ ਨੂੰ ਤੇਰੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। आमीन। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆइए ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦੇਈਏ। ਪ੍ਰਭੂ ਦੀ ਸ਼ਾਂਤੀ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਵੇਖੋ ਖੁਦਾ ਦਾ ਲੀਲਾ, ਇਹਨੂੰ ਵੇਖੋ ਜਿਹੜਾ ਸੰਸਾਰ ਦੇ ਗੁਨਾਹ ਚੁੱਕ ਲੈਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜਨ ਲਈ ਸਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗ ਤਾਂ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆਖ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਪ੍ਰਭੂ ਯਿਸੂ ਮਸੀਹ ਦਾ ਪਵਿੱਤਰ ਬਦਨ ਤੇ ਲਗੋ ਸਾਨੂੰ ਅਨੰਤ ਜੀਵਨ ਲਈ ਸੰਭਾਲੀ ਰੱਖੀ। ਦੁਆ ਪਾਕ ਸ਼ਾਕਤ ਲੈਣ ਤੋਂ ਪਹਿਲਾਂ ਐ ਮੁਬਾਰਕ ਮਰੀਮ, ਤੇਰਾ ਪਿਆਰਾ ਬੇਟਾ ਰੋਟੀ ਦੇ ਰੂਪ ਵਿੱਚ ਸਾਡੇ ਦਿਲਾਂ ਵਿੱਚ ਆਉਣ ਵਾਲਾ ਹੈ। ਸਾਡੇ ਲਈ ਦੁਆ ਕਰ ਤਾਂ ਕਿ ਅਸੀਂ ਵੀ ਤੇਰੇ ਵਾਂਗੂ ਉਸ ਨੂੰ ਮੰਨੀਏ ਅਤੇ ਪਿਆਰ ਕਰੀਏ। ਐ ਸੰਤ ਯੂਸਫ, ਜਿਸ ਤਰ੍ਹਾਂ ਤੂੰ ਮਸੀਹ ਨੂੰ ਪਾਲਿਆ, ਉਸੇ ਤਰ੍ਹਾਂ ਸਾਨੂੰ ਵੀ ਉਸ ਦੀ ਸੇਵਾ ਕਰਨੀ ਸਿਖਾ। ਆਮੀਨ। ਮਿਹਰਬਾਨੀ ਦਾ ਮੈਂ ਦਸਾਂ ਖੋਲ ਬਿਆਨ, ਉਹਦੀ ਰਹਿਮਤ ਤੇ ਮਿਹਰਬਾਨੀ ਦਾ ਮੈਂ ਦਸਾਂ ਖੋਲ ਬਿਆਨ। रोटी में दी सूरत पाई, लइयो से छिपा खुदाई। रोटी में दी सूरत पाई, लइयो से छिपा खुदाई। वडाई रहमत दा है निशान, वडाई है पेद इलाही, ओदी रहमत दा है निशान। कीता रहम प्यारे यीशु ने होया साडे ते मेहरबान, ओदी रहमत मेहरबानी दा मैं दसां खोल बियान। कीता रहम
ਦੁਆ ਪਾਕ ਸ਼ਾਕਤ ਲੈਣ ਤੋਂ ਪਿੱਛੋਂ ਸਿਜਦੇ ਦਾਮਲ, ਐ ਇਲਾਹੀ ਯੇਸੂ ਜਿਹੜਾ ਸੱਚਮੁੱਚ ਮੇਰੇ ਦਿਲ ਵਿੱਚ ਆਇਆ ਹੈ, ਮੈਂ ਸਾਰਿਆਂ ਫਰਿਸ਼ਤਿਆਂ ਅਤੇ ਪਾਕ ਲੋਕਾਂ ਨਾਲ ਤੈਨੂੰ ਸਿਜਦਾ ਕਰਦੀ ਹਾਂ। ਤੂੰ ਮੇਰਾ ਖਾਲਿਕ ਅਤੇ ਮਾਲਿਕ ਹੈ। ਤੇਰੀ ਬਜ਼ੁਰਗੀ, ਵਡਿਆਈ ਅਤੇ ਬੰਦਗੀ ਸਦਾ ਤੀਕਰ ਅਤੇ ਸਾਰੀ ਜ਼ਮੀਨ ਦੇ ਕੰਢਿਆਂ ਤੀਕਰ ਕੀਤੀ ਜਾਵੇ। ਐ ਮਿਹਰਬਾਨ ਯੇਸੂ, ਮੈਂ ਤੇਰੀਆਂ ਰਹਿਮਤਾਂ ਦੇ ਬਦਲੇ ਤੈਨੂੰ ਕੀ ਦੇਵਾਂ? ਮੈਂ ਕੱਖ ਅਤੇ ਮਿੱਟੀ, ਕਿਸ ਤਰ੍ਹਾਂ ਤੇਰਾ ਸ਼ੁਕਰ ਕਰਾਂ? ਮੈਂ ਤੇਰੀਆਂ ਰਹਿਮਤਾਂ ਦੇ ਗੀਤ ਸਦਾ ਗਾਵਾਂਗੀ। ਮੈਂ ਆਪਣਾ ਬਦਨ ਅਤੇ ਰੂਹ, ਖਿਆਲਾਂ ਅਤੇ ਦਲੀਲਾਂ, ਗੱਲਾਂ ਅਤੇ ਕੰਮਾਂ, ਖੁਸ਼ੀਆਂ ਅਤੇ ਦੁੱਖਾਂ, ਨਾਲੇ ਜ਼ਿੰਦਗੀ ਅਤੇ ਮੌਤ ਨੂੰ ਤੇਰੀ ਨਜ਼ਰ ਕਰਦੀ ਹਾਂ। ਮੇਰੇ ਬਦਨ ਨੂੰ ਲੈ ਲੈ, ਇਹਦੇ ਵਿੱਚ ਵਸ ਅਤੇ ਇਹਨੂੰ ਸਭ ਗੁਨਾਹੀ ਸ਼ਹਿਵਤ ਤੋਂ ਸਾਫ਼ ਰੱਖ। ਮੇਰੀ ਮਰਜ਼ੀ ਨੂੰ ਲੈ ਲੈ ਅਤੇ ਇਹਨੂੰ ਆਪਣੀ ਮਰਜ਼ੀ ਤੇ ਚਲਾ। ਮੇਰੀ ਯਾਦ ਨੂੰ ਲੈ ਲੈ ਅਤੇ ਇਹਦੇ ਵਿੱਚ ਰਿਹਾ ਕਰ, ਤਾਂ ਜੋ ਮੈਂ ਤੈਨੂੰ ਕਦੇ ਨਾ ਭੁੱਲਾਂ। ਮੇਰੀ ਅਕਲ ਨੂੰ ਲੈ ਲੈ, ਇਹਨੂੰ ਵਧਾ, ਤਾਂ ਜੋ ਮੈਂ ਤੈਨੂੰ ਵਧੀਕ ਜਾਣਾ ਅਤੇ ਪਿਆਰ ਕਰਾਂ। ਮੈਨੂੰ ਸਾਰੇ ਨੂੰ ਲੈ ਲੈ, ਤਾਂ ਜੋ ਮੈਂ ਸਭ ਕੁਝ ਤੇਰੇ ਹੀ ਪਿਆਰ ਵਾਸਤੇ ਕਰਿਆ ਕਰਾਂਗੀ। ਆਮੀਨ। ਸੱਚਮੁੱਚ ਪ੍ਰਭੂ ਯੀਸ਼ੂ ਸਾਡੇ ਦਿਲਾਂ ਦੇ ਵਿੱਚ ਵਾਸ ਕਰਦਾ ਹੈ। ਪ੍ਰਭੂ ਯੀਸ਼ੂ ਆਪਣਾ ਪਵਿੱਤਰ ਬਦਨ ਤੇ ਲਹੂ ਦੇ ਕੇ ਸਾਨੂੰ ਰਜਾਇਆ ਹੈ। ਆਓ ਉਸੇ ਪ੍ਰਭੂ ਯੀਸ਼ੂ ਮਸੀਹ ਦਾ ਧੰਨਵਾਦ ਕਰੀਏ। ਪ੍ਰਭੂ ਯੀਸ਼ੂ ਦੇ ਉਸ ਦਇਆ ਨੂੰ ਅਨੁਭਵ ਕਰੀਏ। ਪ੍ਰਭੂ ਯੀਸ਼ੂ ਦੀ ਕਿਰਪਾ ਨੂੰ ਅਨੁਭਵ ਕਰੀਏ। ਆਓ ਅਸੀਂ ਇਸ ਪਾਕ ਮਾਸ ਦੀ ਕੁਰਬਾਨੀ ਦੇ ਜਰੀਏ ਮਿਲੇ ਹੋਏ ਉਹਨਾਂ ਫਜ਼ਲਾਂ ਦੇ ਲਈ ਪ੍ਰਭੂ ਦਾ ਧੰਨਵਾਦ ਕਰੀਏ। ਅਸੀਂ ਪ੍ਰਾਰਥਨਾ ਕਰੀਏ। ਇਹ ਪ੍ਰਭੂ ਆਪਣੇ ਅਲਤਾਰ ਤੋਂ ਸਾਨੂੰ ਰਜਾਇਆ ਹੈ। ਬਖਸ਼ ਦੇ ਕਿ ਇਹਨਾਂ ਪਾਕ ਭੇਦਾਂ ਵਿੱਚ ਹਿੱਸਾ ਲੈਣ ਦੇ ਰਾਹੀਂ ਤੇਰੀ ਨਜਾਤ ਦਾ ਕੰਮ ਸਾਡੇ ਜੀਵਨ ਵਿੱਚ ਹੋਰ ਜ਼ਿਆਦਾ ਅਸਰਦਾਈ ਹੋਵੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ ਬਾਪ, ਬੇਟਾ ਅਤੇ ਰੂਹ ਪਾਕ ਤੁਹਾਨੂੰ ਸਾਰਿਆਂ ਨੂੰ ਬਰਕਤ ਪ੍ਰਦਾਨ ਕਰੇ। ਆਮੀਨ। ਪਵਿੱਤਰ ਕੁਰਬਾਨੀ ਚੜਾਈ ਗਈ। ਸ਼ਾਂਤੀ ਨਾਲ ਜਾਵੋ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰੋ। ਯਾਦ ਕਰ ਐ ਨਿਹਾਇਤ ਮਿਹਰਬਾਨ ਕੁਆਰੀ ਮਰੀਮ, ਭਈ ਇਹ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇਰੇ ਤੋਂ ਖਾਲੀ ਗਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸੀ ਆਉਂਦੀ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦੀ ਹਾਂ। ਐ ਦੇ ਤਾਰੀ ਹੋਵੇ ਕਲਾਮ ਦੀ ਮਾਂ, ਤੂੰ ਮੇਰੀਆਂ ਅਰਜ਼ਾਂ ਨੂੰ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣ ਅਤੇ ਕਬੂਲ ਕਰੀ। ਆਮੀਨ। ਪਵਿੱਤਰ ਕੁਆਰੀ ਮਰੀਮ, ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ। कलवरी पर सुनती हूँ मैं प्रभु यीशु की आवाज़। ये है मेरी माँ, ये है मेरी माँ, तब से मरियम मेरी माँ। यीशु की माँ मेरी माँ। कलवरी पर सुनता हूँ मैं प्रभु यीशु की आवाज़। ये है तेरी माँ।
की माँ मेरी माँ। काना में जैसे ममता दिखाई, हम पर दया बरसाई। काना में जैसे ममता दिखाई, हम पर दया बरसाई। आज तू आजा मेरे दिल में, आसरा दे आंचल में। आज तू आजा मेरे दिल में, आसरा दे आंचल में। कलवरी पर सुनता हूँ मैं प्रभु यीशु की आवाज़। ये है तेरी माँ, ये है मेरी माँ, अब से मरियम मेरी माँ। यीशु की माँ मेरी माँ, तब से मरियम मेरी माँ। यीशु की माँ